ਬਾਪ ਅਤੇ ਬੇਟੇ ਅਤੇ ਰੂਹਾਂ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹਾਂ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਖੁਦਾਵੰਦ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਅਸੀਂ ਖੁਦਾ ਦਾ ਧੰਨਵਾਦ ਕਰੀਏ ਅੱਜ ਦੇ ਦਿਨ ਵੇਖਣ ਦੇ ਲਈ ਅਤੇ ਇਸ ਪਾਕ ਮਾਸਿਕ ਕਿਰਪਾਨ ਵਿੱਚ ਭਾਗ ਲੈਣ ਦੇ ਲਈ ਪ੍ਰਭੂ ਯਿਸੂ ਨੇ ਸਾਨੂੰ ਇਹ ਮੌਕਾ ਬਖਸ਼ਿਆ ਹੈ। ਹਰ ਤਰ੍ਹਾਂ ਦੇ ਦੁੱਖ ਤਕਲੀਫ ਤੋਂ, ਬਿਮਾਰੀ ਤੋਂ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ ਹੈ ਅਤੇ ਇਸ ਪਵਿੱਤਰ ਪਾਕ ਮਾਸਿਕ ਕਿਰਪਾਨ ਵਿੱਚ ਭਾਗ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਬਦਨ ਦੇ ਲਹੂ ਨੂੰ ਸੁਗਾ ਕਰਨ ਦੇ ਲਈ ਪ੍ਰਭੂ ਸਾਨੂੰ ਬੁਲਾਇਆ ਹੈ। ਅਤੇ ਅੱਜ ਦੇ ਦਿਨ ਅਸੀਂ ਖਾਸ ਤੌਰ ਤੇ ਪਾਕ ਕਲੀਸ ਨਾਲ ਮਿਲ ਕੇ ਰਸੂਲ ਸੰਤ ਮਤਿਆਸ ਦਾ ਈਦ ਮਨਾ ਰਹੇ ਹਾਂ। ਕਲੀਸਿਆ ਵਿੱਚ ਵੱਖ-ਵੱਖ ਲੋਕਾਂ ਨੂੰ ਚੁਣਦੇ ਹਾਂ ਅੰਜੀਲੀਕਰਨ ਦੇ ਕੰਮ ਨੂੰ ਜਾਰੀ ਰੱਖਣ ਦੇ ਲਈ। ਅਤੇ ਅਸੀਂ ਸੰਤ ਯਹੂਨਾ ਦੀ ਅੰਜੀਲ ਉਹਦਾ 15 ਬਾਬ 16 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਤੁਸੀਂ ਮੈਨੂੰ ਨਹੀਂ ਚੁਣਿਆ ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲ ਪੈਦਾ ਕਰੋ ਅਤੇ ਤੁਹਾਡਾ ਫਲ ਕਾਇਮ ਰਹੇ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਅਸੀਂ ਸਾਰੇ ਚੁਣਿਆ ਗਿਆ ਹੈ ਇਸ ਕੰਮ ਦੇ ਲਈ, ਅੰਜੀਲੀਕਰਨ ਦੇ ਕੰਮ ਦੇ ਲਈ। ਜਿਸ ਤਰ੍ਹਾਂ ਰਸੂਲਾਂ ਨੇ ਸੰਤ ਮਤਿਆਸ ਨੂੰ ਚੁਣਿਆ, ਉਸੇ ਤਰ੍ਹਾਂ ਸਾਨੂੰ ਵੀ ਅੱਜ ਪ੍ਰਭੂ ਅੰਜੀਲੀਕਰਨ ਦੇ ਕੰਮ ਦੇ ਲਈ ਚੁਣਿਆ ਗਿਆ ਹੈ। ਆਓ ਅਸੀਂ ਆਪਣੇ ਜ਼ਿੰਦਗੀ ਦੇ ਰਾਹੀਂ ਖੁਦਾ ਦੀ ਪੈਰਵੀ ਕਰੀਏ, ਪ੍ਰਚਾਰ ਕਰੀਏ ਅਤੇ ਦੁਨੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਇੱਕ ਚੰਗਾ ਨਮੂਨਾ ਪੇਸ਼ ਕਰੀਏ। ਆਓ ਅਸੀਂ ਹੁਣ ਥੋੜ੍ਹੀ ਦੇਰ ਮੌਨ ਰੱਖੇ ਉਹਨਾਂ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਨੇ ਸਾਡੇ ਤੋਂ ਪ੍ਰਾਰਥਨਾ ਦੀ ਮੰਗ ਕੀਤੀ ਹੈ। ਕਾਸੁਰ ਦੇ ਇਸ ਪਾਕ ਮਾਸਿਕ ਗੁਰਬਾਣੀ ਵਿੱਚ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰੀ, ਕਾਸੁਰ ਦੇ ਸਾਰੇ ਮਿਸ਼ਨਰੀਆਂ ਦੇ ਲਈ, ਬਿਸ਼ਪਾਂ, ਪੁਰੋਹਿਤਾਂ, ਸਿਸਟਰਾਂ, ਕੈਟੇਕਿਸ ਅਤੇ ਜਿੰਨੇ ਵੀ ਲੋਕ ਅੰਜੀਲੀਕਰਨ ਦੇ ਕੰਮ ਵਿੱਚ ਸੇਵਾ ਨਿਭਾਉਂਦੇ ਹਨ, ਉਹਨਾਂ ਸਾਰਿਆਂ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ। ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਪਰਿਵਾਰਾਂ ਨੂੰ ਇਸ ਕਰੋਨਾ ਮਹਾਮਾਰੀ ਦੇ ਸਮੇਂ ਪ੍ਰਭੂ ਨੇ ਸਾਡੇ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ। ਸ਼ਾਇਦ ਸਾਡੇ ਪਰਿਵਾਰ ਵਿੱਚ ਕਈ ਲੋਕ ਬਿਮਾਰ ਹੈ, ਉਹਨਾਂ ਨੂੰ ਵੀ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ ਅਤੇ ਪ੍ਰਾਰਥਨਾ ਕਰੀਏ ਖੁਦਾ ਦਾ ਮਰਜ਼ੀ ਸਾਡੇ ਜ਼ਿੰਦਗੀ ਵਿੱਚ, ਸਾਡੇ ਪਰਿਵਾਰ ਦੀ ਜ਼ਿੰਦਗੀ ਵਿੱਚ ਪੂਰਾ ਹੋਵੇ। ਆਓ ਅਸੀਂ ਹੁਣ ਜ਼ਿੰਦਗੀ ਵਿੱਚ ਕੀਤੇ ਹੋਏ ਸਾਰੇ ਗੁਨਾਹਾਂ ਦੇ ਲਈ ਵੀ ਖੁਦਾ ਕੋਲੋਂ ਮਾਫੀ ਮੰਗੀ ਤਾਂ ਕਿ ਅਸੀਂ ਯੋਗ ਰੀਤੀ ਨਾਲ ਪਵਿੱਤਰਤਾ ਵਿੱਚ ਇਸ ਪਾਕ ਮਾਸਿਕ ਕਿਰਪਾਨੀ ਚੜਾ ਸਕੀਏ ਅਤੇ ਪ੍ਰਭੂ ਯਿਸੂ ਮਸੀਹ ਦੇ ਬਦਨ ਦੇ ਲਹੂ ਨੂੰ ਸੁਗਾ ਕਰ ਸਕੀਏ।
पूरी कुदरत वाला खुदा साढ़े उत्ते दया करे ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੇਰੀ ਪਾਕ ਮਰਜ਼ੀ ਸੀ ਕਿ ਸੰਤ ਮਤਿਆਸ ਰਸੂਲਾਂ ਦੀ ਸੰਗਤ ਵਿੱਚ ਸ਼ਾਮਿਲ ਕੀਤਾ ਜਾਵੇ। ਉਸ ਦੀ ਸਿਫਾਰਿਸ਼ ਰਾਹੀਂ ਬਖਸ਼ ਦੇ ਕਿ ਅਸੀਂ ਵੀ ਜੋ ਤੇਰੇ ਪਿਆਰ ਨੂੰ ਵਿਰਸੇ ਵਿੱਚ ਮਿਲਣ ਦੇ ਕਾਰਨ ਖੁਸ਼ੀ ਮਨਾਉਂਦੇ ਹਾਂ, ਤੇਰੇ ਚੁਣੇ ਹੋਇਆਂ ਵਿੱਚ ਗਿਣੇ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਜੋ ਪਾਕ ਦੀ ਏਕਤਾ ਵਿੱਚ ਖੁਦਾ ਜੀਵਨ ਦਾ ਦੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ ਵਿੱਚੋਂ 1 ਬਾਬ 15 ਤੋਂ 17, 20 ਤੋਂ 26 ਆਇਤ ਤੱਕ। ਇਨ੍ਹਾਂ ਹੀ ਦਿਨਾਂ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜਾ ਹੋਇਆ, ਜਿਨ੍ਹਾਂ ਦੀ ਗਿਣਤੀ ਕੋਈ 120 ਸੀ, ਅਤੇ ਬੋਲਿਆ, ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ ਗ੍ਰੰਥ ਦਾ ਵਾਕ ਪੂਰਾ ਹੋਵੇ, ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ, ਜੋ ਯਿਸੂ ਮਸੀਹ ਦੇ ਫੜਨ ਵਾਲਿਆਂ ਦਾ ਪਥ ਪ੍ਰਦਰਸ਼ਕ ਸੀ। ਯਹੂਦਾ ਸਾਡੇ ਵਿੱਚੋਂ ਇੱਕ ਸੀ ਅਤੇ ਉਹ ਸਾਡੇ ਨਾਲ ਇਸੇ ਸੇਵਾ ਲਈ ਚੁਣਿਆ ਗਿਆ ਸੀ। ਭਜਨ ਦੀ ਪੋਥੀ ਵਿੱਚ ਵੀ ਲਿਖਿਆ ਹੋਇਆ ਹੈ, ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ, ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ। ਫਿਰ ਇਹ ਵੀ ਹੈ, ਉਸ ਦੀ ਥਾਂ ਕੋਈ ਦੂਜਾ ਸੰਭਾਲੇ। ਇਸ ਲਈ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯੀਸ਼ੂ ਦੇ ਫਿਰ ਜ਼ਿੰਦਾ ਹੋਣ ਦਾ ਗਵਾਹ ਬਣੇ। ਇਹ ਆਦਮੀ ਉਹਨਾਂ ਆਦਮੀਆਂ ਵਿੱਚੋਂ ਹੋਣਾ ਚਾਹੀਦਾ ਹੈ ਜਿਹੜੇ ਉਸ ਸਮੇਂ ਵਿੱਚ ਯਹੋਨਾ ਦੇ ਬਪਤਿਸਮਾ ਤੋਂ ਲੈ ਕੇ ਯੀਸ਼ੂ ਦੇ ਸਵਰਗ ਵਿੱਚ ਉਠਾਏ ਜਾਣ ਤੱਕ, ਜਦੋਂ ਕਿ ਯੀਸ਼ੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਸਨ। ਇਸ ਤੇ ਉਹਨਾਂ ਨੇ 2 ਆਦਮੀਆਂ ਨੂੰ ਅੱਗੇ ਕੀਤਾ, ਇੱਕ ਯੂਸਫ ਜੋ ਬਰਸਬਾ ਅਖਵਾਂਦਾ ਸੀ, ਜਿਸ ਦਾ ਉਪਨਾਮ ਯੂਸਤੁਸ ਸੀ, ਅਤੇ ਦੂਜਾ ਮਤਿਆ। ਫਿਰ ਉਹਨਾਂ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਤੂੰ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈ, ਇਸ ਲਈ ਸਾਡੇ ਉੱਤੇ ਪ੍ਰਗਟ ਕਰ ਕਿ ਇਹਨਾਂ ਦੋਹਾਂ ਵਿੱਚੋਂ ਤੂੰ ਕਿਸ ਨੂੰ ਚੁਣਿਆ ਹੈ ਕਿ ਉਹ ਪ੍ਰਮੁੱਖ ਚੇਲਾ ਹੋਣ ਦਾ ਪਦ ਪ੍ਰਾਪਤ ਕਰੇ, ਜਿਸ ਨੂੰ ਛੱਡ ਕੇ ਯਹੂਦਾ ਆਪਣੀ ਥਾਂ ਤੇ ਚਲਾ ਗਿਆ ਹੈ। ਫਿਰ ਉਹਨਾਂ ਦੋਨਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਪਰਚੀ ਮਤਿਆ ਨਾਂ ਦੀ ਨਿਕਲੀ। ਇਸ ਤਰ੍ਹਾਂ ਮਤਿਆ 11 ਪ੍ਰਮੁੱਖ ਚੇਲਿਆਂ ਦਾ ਨਾਲ ਸ਼ਾਮਿਲ ਕੀਤਾ ਗਿਆ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
प्रभु तुहाड़े नाल होवे। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पार पवित्र अंजील दा संत यूहन्ना दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। जिस तरह बाप ने मैनू प्यार कीता है उसी तरह मैं भी तुहानू प्यार कीता है। मेरे प्यार विच बने रहो। जग तुसी मेरी आग्यावां दी पालना करोगे तां तुसी मेरे प्यार विच बने रहोगे। जिस तरह मैं अपने बाप दियां आग्यावां दी पालना कीती है अते उसदे प्यार विच बनिया रहिंदा हां। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ। ਮੇਰੀ ਆਗਿਆ ਇਹ ਹੈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਕਿ ਕੋਈ ਮਨੁੱਖ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇ ਦੇਵੇ। ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਕਰੋ ਜਿਸ ਦੀ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ। ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ, ਪਰੰਤੂ ਮੈਂ ਤੁਹਾਨੂੰ ਮਿੱਤਰ ਆਖਿਆ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਬਾਪ ਕੋਲੋਂ ਸੁਣਿਆ ਹੈ ਉਹ ਸਭ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਮੈਨੂੰ ਨਹੀਂ ਚੁਣਿਆ ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲ ਪੈਦਾ ਕਰੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰੇ ਨਾਮ ਤੇ ਬਾਪ ਕੋਲੋਂ ਜੋ ਕੁਝ ਵੀ ਮੰਗੋ ਬਾਪ ਉਹ ਤੁਹਾਨੂੰ ਦੇ ਦੇਵੇ। ਮੈਂ ਤੁਹਾਨੂੰ ਇਹ ਆਗਿਆ ਦਿੰਦਾ ਹਾਂ ਇੱਕ ਦੂਜੇ ਨੂੰ ਪਿਆਰ ਕਰੋ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। खुदावंद यीशु मसीह विच मेरे प्यारे भरावो भैनों बजुर्गों और बच्चियों, पिछले महीने या इस महीने की शुरुआत विच असीं वेखिया है कि वख-वख स्टेट्स में केरला, तमिलनाडु, गोवा, पुडुचेरी, असम, वेस्ट बंगाल आदि कई स्टेट्स में इलेक्शन हुआ। अदे लोग वख-वख लीडरां नूं चुन लिया लोगां दी सेवा करन दे लई, लोगां दी भले दे लई। जो MLA बनिया है जां मंत्री बनिया है जां चीफ मिनिस्टर बनिया है शायद मैनू पसंद नहीं होवे ਜਾਂ ਮੇਰਾ ਪਾਰਟੀ ਦਾ ਮੈਂਬਰ ਨਹੀਂ ਹੈ। ਇੱਕ ਵਾਰ ਜਦੋਂ ਇਲੈਕਸ਼ਨ ਹੋਗਾ ਰਿਜ਼ਲਟ ਆ ਗਿਆ ਤਾਂ ਫਿਰ ਅਸੀਂ ਸਾਰੇ ਉਸ ਨੂੰ ਮੰਨਦੇ ਹਾਂ ਕਿ ਉਹ ਸਾਡਾ ਸਟੇਟ ਦਾ ਚੀਫ ਮਿਨਿਸਟਰ ਹੈ ਜਾਂ ਮੰਤਰੀ ਹੈ ਜਾਂ ਸਾਡਾ MLA ਹੈ। ਅਸੀਂ ਸਾਰੇ ਮੰਨਦੇ ਹਾਂ, ਸਾਡੇ ਸਾਹਮਣੇ ਹੋਰ ਕੋਈ ਆਪਸ਼ਨ ਨਹੀਂ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਮੈਨੂੰ ਪਤਾ ਹੈ ਪਿਛਲੇ ਦਿਨਾਂ ਵਿੱਚ ਤੁਸੀਂ ਵੀ ਸੁਣਿਆ ਹੋਗਾ ਸਾਡੇ ਡਾਇਸਿਸ ਵਿੱਚ शायद अपने पैरिश विच या वख-वख पैरिशां विच फादरां दा बदली हो गया। अपने पैरिश विच पिछले 5 साल 4 साल या 5 सालों तो भी ज़्यादा सेवा निभाते हुए फादरां दा बदली हो चुका है। शायद फादर जी दूसरे इलाके विच पैरिश प्रीस्ट बन के चले गया, शायद अगे पढ़ाई वास्ते उन्नति पढ़ाई वास्ते विदेशा बाहर जाते, इसलिए वो फादर जी का बदली किया ਅਤੇ उस जगह ते और नवा फादर जी चार्ज लेने के लिए आ रहे। मसीह विच मेरे भरा ते भैणों, जदों एक फादर जी का बदली हो गया है तो फिर उस जगह ते और कोई व्यक्ति होना बहुत जरूरी है। वो काम जारी रखने के लिए तुहाडे इलाके विच तुहाडे पैरिश विच जो सेवा का काम वो फादर जी करते सी, वो काम जारी रखने के लिए पाकमासी कुर्बानी चढ़ाने के लिए लोगों की रूहानी कामां विच मदद करने के लिए, प्रार्थना करने के लिए, अगवाई करने के लिए और एक नवा पुरोहित काहिन की लोड़ है।
ਅਤੇ ਉਸ ਜਗ੍ਹਾ ਹੋਰ ਕਿਸੇ ਨੂੰ ਡਾਇਸਿਸ ਦੇ ਬਿਸ਼ਪ ਸਾਹਿਬ ਜੀ ਅਪਾਇੰਟ ਕਰਦੇ ਆ, ਕਿਸੇ ਨੂੰ ਚੁਣਦੇ ਆ। ਫਾਦਰ ਜੀ ਇਲਾਕੇ ਦੇ ਲੋਕਾਂ ਨੂੰ, ਪੈਰਿਸ਼ ਕਾਉਂਸਲ ਦੇ ਮੈਂਬਰਾਂ ਨੂੰ ਜਾਂ ਸਿਸਟਰਾਂ ਨੂੰ ਜਾਂ ਪੁਰਾਣੇ ਪੈਰਿਸ਼ ਪ੍ਰੀਸਟ ਨੂੰ ਪੁੱਛ ਕੇ ਨਹੀਂ, ਪਰ ਬਿਸ਼ਪ ਜੀ ਆਪਣੇ ਕੰਸਲਟੇਟਸ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਨ ਦੇ ਬਾਅਦ ਉਸ ਪੈਰਿਸ਼ ਦੇ ਲਈ ਜੋ ਕਿਹੜੇ ਫਾਦਰ ਜੀ ਨੇ ਭੇਜਣਾ ਹੈ ਕਿ ਲੋਕਾਂ ਦੀ ਸੇਵਾ ਕਰਨ ਦੇ ਲਈ, ਉਸ ਪੈਰਿਸ਼ ਦੇ ਤਰੱਕੀ ਦੇ ਲਈ ਉਸ ਵਿਅਕਤੀ ਨੂੰ ਚੁਣਦੇ ਹਾਂ ਅਤੇ ਅਪਾਇੰਟ ਕਰਦੇ ਹਾਂ। ਅਤੇ ਉਹ ਫਾਦਰ ਜੀ ਹਲੀਮ ਓਬੀਡੀਐਂਸ ਨਾਲ ਬਿਸ਼ਪ ਜੀ ਦੇ ਉਸ ਹੁਕਮ ਨੂੰ ਮੰਨਦੇ ਹਾਂ ਅਤੇ ਉਸ ਇਲਾਕੇ ਵਿੱਚ ਜਾ ਕੇ ਸੇਵਾ ਨਿਭਾਉਂਦੇ ਹਾਂ। ਮਸੀਹ ਵਿੱਚ ਮੇਰੇ ਭਰਾਵਾਂ ਤੇ ਭੈਣੋ, ਅੱਜ ਅਸੀਂ ਪਾਕਮਾ ਕਲੀਸਿਆ ਨਾਲ ਮਿਲ ਕੇ ਰਸੂਲ ਸੰਤ ਮਤਿਆਸ ਦਾ ਈਦ ਮਨਾਉਂਦੇ। ਹੁਣ ਸਾਨੂੰ ਪਤਾ ਹੈ 12 ਰਸੂਲਾਂ ਦੇ ਨਾਮ ਦੇ ਵਿੱਚ ਪਹਿਲਾ ਇਹ ਮਤਿਆਸ ਦਾ ਨਾਮ ਨਹੀਂ ਸੀਗਾ। ਸਾਨੂੰ ਪਤਾ ਹੈ ਯੂਦਸ ਇਸਕਰਿਓਤ ਜੋ ਪ੍ਰਭੂ ਦੇ 12 ਚੇਲਿਆਂ ਤੋਂ ਦੂਰ ਚਲੇ ਗਏ, ਗੁਨਾਹ ਦੇ ਰਾਹ ਚੁਣ ਲਿਆ ਹੈ ਅਤੇ 12 ਰਸੂਲਾਂ ਤੋਂ ਦੂਰ ਚਲੇ ਗਏ, ਪਾਪ ਦੇ ਰਾਹ ਤੇ ਚਲੇ ਗਏ। ਹੁਣ ਉਸ ਜਗ੍ਹਾ ਇੱਕ ਵਿਅਕਤੀ ਨੂੰ ਚੁਣਨਾ ਹੈ। ਜਿਸ ਤਰ੍ਹਾਂ ਸਾਨੂੰ ਪਤਾ ਹੈ ਅੱਜ ਦੇ ਅੰਜੀਲ ਵਿੱਚ, ਅੱਜ ਦੇ ਪਹਿਲੇ ਪਾਠ ਵਿੱਚ ਸੰਤ ਪੌਲੁਸ ਜਿਨ੍ਹਾਂ ਨੂੰ ਪ੍ਰਭੂ ਨੇ ਚੁਣ ਲਿਆ ਸੀ, ਉਹ ਕਹਿੰਦੇ ਹਨ ਜ਼ਬੂਰਾਂ ਦੀ ਪੋਥੀ ਵਿੱਚ ਇਹ ਲਿਖਿਆ ਹੈ, ਉਸ ਦਾ ਘਰ ਮਕਾਨ ਉਜੜ ਜਾਵੇ ਅਤੇ ਉਸ ਵਿੱਚ ਰਹਿਣ ਲਈ ਕੋਈ ਨਾ ਹੋਵੇ ਅਤੇ ਕੋਈ ਹੋਰ ਉਸ ਦਾ ਅਹੁਦਾ ਸੰਭਾਲੇ। ਇਸ ਲਈ ਰਸੂਲਾਂ ਨੇ ਸਾਰੇ ਇਕੱਠੇ ਹੋ ਕੇ ਰਸੂਲ ਸੰਤ ਪਤਰਸ ਦੇ ਅਗਵਾਈ ਵਿੱਚ ਇੱਕ ਵਿਅਕਤੀ ਨੂੰ ਉਸ ਜਗ੍ਹਾ ਸੰਭਾਲਣ ਦੇ ਲਈ ਚੁਣਦੇ ਹਨ ਅਤੇ ਉਸ ਜਗ੍ਹਾ, ਉਸ ਅਹੁਦਾ ਨੂੰ ਸੰਭਾਲਣ ਦੇ ਲਈ, ਯਾਨੀ ਕਿ ਕਿਸੇ ਨੂੰ ਚੁਣਿਆ ਨਹੀਂ, ਉਹਨਾਂ ਨੇ ਕੰਡੀਸ਼ਨ ਰੱਖਿਆ, ਉਹ ਵਿਅਕਤੀ ਜਿਸ ਨੂੰ ਅਸੀਂ ਚੁਣਨ ਦੇ ਲਈ ਜਾ ਰਹੇ, ਉਹ ਸਾਰਾ ਸਮਾਂ ਸਾਡੇ ਨਾਲ ਪਹਿਲੇ ਪ੍ਰਭੂ ਦੇ ਸਮੇਂ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਸਰੂਪ ਵਿੱਚ ਚੜ੍ਹ ਜਾਣ ਦੇ ਸਮੇਂ ਤੱਕ ਸਾਡੇ ਨਾਲ ਸੀ ਅਤੇ ਪ੍ਰਭੂ ਯਿਸੂ ਮਸੀਹ ਦੇ ਸਿੱਖਿਆਵਾਂ ਦੇ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਉਸੇ ਤਰ੍ਹਾਂ ਇੱਕ ਵਿਅਕਤੀ ਨੂੰ ਅਸੀਂ ਚੁਣਨਾ ਹੈ। ਅਤੇ ਉਸ ਮਹਾ ਸਭਾ ਵਿੱਚ ਤਕਰੀਬਨ 120 ਲੋਕ ਇਕੱਠੇ ਸੀ। ਉਹਨਾਂ ਵਿੱਚੋਂ ਉਹਨਾਂ ਨੇ 2 ਨਾਮ ਦੱਸਿਆ, ਇੱਕ ਮਤਿਆਸ, ਦੂਸਰਾ ਯੂਸਫ ਜੋ ਬਰਸਬਾ ਅਖਵਾਉਂਦਾ ਸੀ, ਜਿਸ ਦਾ ਦੂਜਾ ਨਾਮ ਸੀ ਸਦੀਕ। ਅਤੇ ਇਹਨਾਂ ਦੋਨਾਂ ਵਿੱਚੋਂ ਕਿਸ ਨੂੰ ਚੁਣਨਾ ਹੈ? ਸ਼ਾਇਦ ਜਦੋਂ ਵੀ ਅਸੀਂ ਕੁਝ ਨਾ ਕੁਝ ਡਿਸੀਜਨ ਲੈਣ ਦੇ ਵਕਤ ਕਈ ਲੋਕ ਇਸ ਵਿਅਕਤੀ ਨੂੰ ਵੋਟ ਕਰਨਗੇ, ਕਈ ਲੋਕ ਦੂਸਰੇ ਵਿਅਕਤੀ ਨੂੰ। ਸ਼ਾਇਦ ਇਹ ਸਭਾ ਵਿੱਚ ਵੀ ਜਿੱਥੇ 120 ਲੋਕ ਇਕੱਠੇ ਹੁੰਦੇ ਸੀ, ਉਹਨਾਂ ਦੇ ਵਿਚਕਾਰ ਵੀ ਇਸੇ ਤਰ੍ਹਾਂ ਦਾ ਸੋਚ ਵਿਚਾਰ ਹੋਣ। ਪਰ ਅਸੀਂ ਪੜ੍ਹਦੇ ਹਾਂ ਰਸੂਲਾਂ ਦਾ ਕਰਤੱਵ ਪਹਿਲਾ ਬਾਬ 14 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਉਹਨਾਂ ਨੇ ਪ੍ਰਾਰਥਨਾ ਕੀਤਾ ਅਤੇ ਕਿਹਾ, ਪ੍ਰਭੂ ਤੂੰ ਸਾਰਿਆਂ ਦੇ ਦਿਲ ਜਾਣਦਾ ਹੈ, ਇਹ ਪ੍ਰਗਟ ਕਰ ਕਿ ਤੂੰ ਇਹਨਾਂ ਦੋਹਾਂ ਵਿੱਚੋਂ ਕਿਸ ਨੂੰ ਚੁਣਿਆ ਹੈ, ਭਾਈ ਉਹ ਇਸ ਸੇਵਕਾਈ ਅਤੇ ਰਸੂਲੀ ਰੁਤਬੇ ਦੀ ਜਗ੍ਹਾ ਸੰਭਾਲੇ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਇਸ ਸਮੇਂ ਅਸੀਂ ਇਹ ਯਾਦ ਰੱਖਣਾ ਹੈ, ਸਾਡੀ ਜ਼ਿੰਦਗੀ ਵਿੱਚ ਕਈ ਸਮੇਂ, ਕਈ ਮੌਕੇ ਤੇ ਅਸੀਂ ਕੁਝ ਡਿਸੀਜਨ ਲੈਣਾ ਹੈ, ਫੈਸਲਾ ਲੈਣਾ ਹੈ, ਚੁਣਨਾ ਹੈ ਕਿ ਇਹ ਕੰਮ ਕਰਾਂ ਜਾਂ ਇਹ ਕੰਮ। ਅਸੀਂ ਰਸੂਲਾਂ ਦਾ ਜੋ ਰੀਤ ਰਿਵਾਜ ਅਸੀਂ ਪਾਲਣਾ ਹੈ, ਜਿਸ ਤਰ੍ਹਾਂ ਉਹਨਾਂ ਨੇ ਪ੍ਰਾਰਥਨਾ ਕੀਤਾ ਅਤੇ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕੀਤਾ। ਪ੍ਰਭੂ ਸਾਡੇ ਸਾਹਮਣੇ 2 ਵਿਅਕਤੀ ਹੈ, ਮਤਿਆਸ ਅਤੇ ਯੂਸਫ ਜੋ ਬਰਸਬਾ ਖਵਾਉਂਦਾ, ਇਹਨਾਂ ਦੋਨਾਂ ਵਿੱਚ ਅਸੀਂ ਕਿਹਨੂੰ ਚੁਣੀਏ ਕਿ ਉਹ ਤੁਹਾਡੀ ਸੇਵਕਾਈ ਦਾ ਕੰਮ ਵਧੀਆ ਤਰੀਕੇ ਨਾਲ ਸੰਭਾਲੇ, ਰਸੂਲੀ ਰੁਤਬੇ ਦੀ ਉਹ ਕੰਮ ਜਾਰੀ ਰੱਖੇ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਕਈ ਵਾਰ ਅਸੀਂ ਬਹੁਤ ਸਾਰੇ ਡਿਸੀਜਨ ਲੈਂਦੇ ਹਾਂ, ਉਹ ਪ੍ਰਭੂ ਦੀ ਯੋਜਨਾ ਦੀ ਮੁਤਾਬਿਕ ਨਹੀਂ ਹੈ ਜਾਂ ਪ੍ਰਭੂ ਦੀ ਮਰਜ਼ੀ ਦੇ ਮੁਤਾਬਿਕ ਨਹੀਂ ਹੈ ਅਤੇ
ਉਸੇ ਤਰ੍ਹਾਂ ਅਸੀਂ ਜਦੋਂ ਕਿਸੇ ਨੂੰ ਅਸੀਂ ਚੁਣਦੇ ਹਾਂ, ਉਸ ਵੇਲੇ ਉਹਨਾਂ ਦਾ ਕੰਮ ਚੰਗਾ ਨਹੀਂ ਹੈ, ਸਾਡੇ ਲਈ ਕੋਈ ਫਾਇਦਾ ਨਹੀਂ ਹੈ, ਹਰ ਸਮੇਂ ਪਰੇਸ਼ਾਨੀ ਪ੍ਰੋਬਲਮ ਸੇ। ਜਦੋਂ ਪ੍ਰਾਰਥਨਾ ਕਰਨ ਦੇ ਬਾਅਦ, ਖੁਦਾ ਦੀ ਮਰਜ਼ੀ ਨੂੰ ਜਾਣਨ ਦੇ ਬਾਅਦ ਅਸੀਂ ਕੋਈ ਡਿਸੀਜਨ ਲੈਂਦੇ ਹਾਂ ਕਿ ਅਸੀਂ ਕਿਸੇ ਨੂੰ ਚੁਣਦੇ ਹਾਂ, ਕਿ ਅਸੀਂ ਕਿਸੇ ਨੂੰ ਅਪਾਇੰਟ ਕਰਦੇ ਹਾਂ ਸੇਵਾ ਦੇ ਲਈ, ਕੰਮ ਦੇ ਲਈ, ਉਹ ਵਿਅਕਤੀ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਸਾਡੀ ਸੇਵਾ ਕਰਨਗੇ। ਇਸ ਲਈ ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਸਾਡੇ ਪਰਿਵਾਰ ਜ਼ਿੰਦਗੀ ਵਿੱਚ ਕਈ ਮੌਕੇ ਅਸੀਂ ਕਈ ਡਿਸੀਜਨ ਲੈਂਦੇ ਹਾਂ, ਕਈਆਂ ਨੂੰ ਕੰਮ ਦੇ ਲਈ ਬੁਲਾਉਂਦੇ ਹਾਂ, ਚੁਣਦੇ ਹਾਂ। ਇਹ ਸੋਚ ਵਿਚਾਰ ਕਰੀਏ ਕਿ ਅਸੀਂ ਸੱਚਮੁੱਚ ਪ੍ਰਾਰਥਨਾ ਕਰਦੇ ਹਾਂ ਉਸ ਵਿਅਕਤੀ ਨੂੰ ਡਿਸੀਜਨ ਲੈਣ ਦੇ ਸਮੇਂ, ਉਸ ਵਿਅਕਤੀ ਨੂੰ ਚੁਣਨ ਦੇ ਸਮੇਂ। ਕਈ ਵਾਰ ਅਸੀਂ ਨਹੀਂ ਕਰਦੇ ਹਾਂ। ਜਦੋਂ ਅਸੀਂ ਸੰਤ ਮਤਿਆਸ ਦੀ ਤਿਉਹਾਰ ਮਨਾਉਣ ਦੇ ਵੇਲੇ ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਕੈਥੋਲਿਕ ਕਲੀਸਿਆ ਵਿੱਚ ਪੋਪ ਸਾਹਿਬ, ਬਿਸ਼ਪ ਸਾਹਿਬਾਨਾਂ, ਪੁਰੋਹਿਤਾਂ, ਸਿਸਟਰਾਂ, ਮੁਨਾਦ ਭਰਾਵਾਂ ਅਤੇ ਇਸੇ ਤਰ੍ਹਾਂ ਦੇ ਲੋਕਾਂ ਨੂੰ ਆਮ ਲੋਕਾਂ ਤੋਂ ਚੁਣਦੇ ਆ। ਕਾਹਦੇ ਵਾਸਤੇ? ਖੁਦਾ ਦੀ ਸੇਵਾ ਕਰਨ ਦੇ ਲਈ, ਅੰਜੀਲੀਕਰਨ ਦਾ ਕੰਮ ਨੂੰ ਜਾਰੀ ਰੱਖਣ ਦੇ ਲਈ ਚੁਣਦੇ ਹਾਂ ਆਮ ਲੋਕਾਂ ਤੋਂ। ਜਿਸ ਤਰ੍ਹਾਂ ਵਚਨ ਵਿੱਚ ਅਸੀਂ ਸੁਣਿਆ ਹੈ, ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ। ਇੱਕ ਨੌਜਵਾਨ ਫਾਦਰ ਬਣਨ ਦੇ ਲਈ ਸੈਮੀਨਾਰੀ में ਜਾਂਦੇ ਵਕਤ ਉਹਨਾਂ ਦੇ ਮਨ ਵਿੱਚ ਇਹੀ ਹੈ ਕਿ ਮੈਂ ਇੱਕ ਫਾਦਰ ਬਣਨਾ ਹੈ। 1 ਸਾਲ ਦਾ ਟ੍ਰੇਨਿੰਗ, 2 ਸਾਲ ਦਾ ਟ੍ਰੇਨਿੰਗ, 3 ਸਾਲ ਦਾ ਟ੍ਰੇਨਿੰਗ, ਇਸੇ ਤਰ੍ਹਾਂ ਤਕਰੀਬਨ 11, 12, 13, 14 ਸਾਲਾਂ ਦਾ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਜ਼ਿੰਦਗੀ ਵਿੱਚ ਉਹ ਬੁਲਾਹਟ ਹੈ ਕਿ ਖੁਦਾ ਦੀ ਸੇਵਾ ਕਰਨ ਦੇ ਲਈ। ਕਈ ਲੋਕ 2 ਸਾਲ, 3 ਸਾਲ, 14 ਸਾਲ, 5 ਸਾਲਾਂ ਦੇ ਬਾਅਦ ਛੱਡ ਕੇ ਚਲੇ ਜਾਂਦੇ ਹਨ ਕਿ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਨੂੰ ਇਸ ਬੁਲਾਹਟ ਨਹੀਂ ਹੈ ਇੱਕ ਪੁਰੋਹਿਤ ਬਣਨ ਦੇ ਲਈ, ਅਤੇ ਉਹ ਦੂਸਰਾ ਪਰਿਵਾਰ ਜ਼ਿੰਦਗੀ ਦਾ ਬੁਲਾਹਟ ਨੂੰ ਸਵੀਕਾਰ ਕਰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਮੈਂ ਸੋਚਦੇ ਹਾਂ ਕਿ ਮੈਂ ਫਾਦਰ ਬਣਨਾ ਹੈ, ਨਹੀਂ ਹੋ ਸਕਦਾ। ਜੇਕਰ ਖੁਦਾ ਦੀ ਮਰਜ਼ੀ ਨਹੀਂ ਹੈ, ਜੇਕਰ ਖੁਦਾ ਨਹੀਂ ਚਾਹੁੰਦੇ ਹਾਂ, ਤਾਂ ਮੈਂ ਫਾਦਰ ਨਹੀਂ ਬਣ ਸਕਦਾ। ਉਸ ਵਿੱਚ ਮੇਰੇ ਪ੍ਰਾਪਤ ਭੈਣੋ, ਸਾਡੇ ਪਰਿਵਾਰ ਜ਼ਿੰਦਗੀ ਵਿੱਚ ਵੀ ਅਸੀਂ ਕਈ ਸੁਪਨਾ ਰੱਖਦੇ ਹਾਂ, ਕਈ ਸੋਚ ਵਿਚਾਰ ਕਰਦੇ ਹਾਂ ਆਪਣੇ ਫਿਊਚਰ ਦੇ ਬਾਰੇ। ਆਪਣੇ ਬੱਚਿਆਂ ਨੂੰ ਇਹ ਸਿਖਾਉਂਗੇ, ਅਸੀਂ ਇਹ ਕੰਮ ਕਰਾਂਗੇ, ਪਰ ਜੇਕਰ ਖੁਦਾ ਨਹੀਂ ਚਾਹੁੰਦੇ ਕੋਈ ਫਾਇਦਾ ਨਹੀਂ। ਇਸ ਲਈ ਸਾਡੇ ਰੂਹਾਨੀ ਜ਼ਿੰਦਗੀ ਵਿੱਚ, ਸਾਡੇ ਆਮ ਜ਼ਿੰਦਗੀ ਵਿੱਚ ਹਰ ਸਮੇਂ ਖੁਦਾ ਦੀ ਮਰਜ਼ੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਖੁਦਾ ਦੀ ਮਰਜ਼ੀ ਸਾਡੇ ਜ਼ਿੰਦਗੀ ਵਿੱਚ ਪੂਰਾ ਹੋਣਾ ਹੈ। ਸਾਡਾ ਮਰਜ਼ੀ ਨਹੀਂ ਹੈ, ਤੁਹਾਡਾ ਮਰਜ਼ੀ ਨਹੀਂ ਹੈ, ਖੁਦਾ ਦੀ ਮਰਜ਼ੀ। ਉਹ ਖੁਦਾ ਦੀ ਮਰਜ਼ੀ ਸਾਡੇ ਜ਼ਿੰਦਗੀ ਵਿੱਚ ਪੂਰਾ ਹੋਣ ਦੇ ਲਈ ਅਸੀਂ ਦਿਲੋਂ ਪ੍ਰਾਰਥਨਾ ਕਰਨਾ ਹੈ। ਮਸੀਹ ਵਿੱਚ ਮੇਰੇ ਪ੍ਰਾਪਤ ਭੈਣੋ, ਰਸੂਲ ਸੰਤ ਮਤਿਆਸ ਦੇ ਤਿਉਹਾਰ ਮਨਾਉਣ ਦੇ ਵੇਲੇ ਅਸੀਂ ਇਹ ਸਵਾਲ ਪੁੱਛਣਾ ਹੈ ਕਿ ਮੈਂ ਕਲੀਸਿਆ ਵਿੱਚ ਬਿਸ਼ਪਾਂ, ਪੁਰੋਹਿਤਾਂ, ਸਿਸਟਰਾਂ, ਮੁਨਾਦ ਭਰਾਵਾਂ ਅਤੇ ਇਸੇ ਤਰ੍ਹਾਂ ਚੁਣਿਆ ਹੋਇਆ ਲੋਕਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਿਨ੍ਹਾਂ ਨੂੰ ਪ੍ਰਭੂ ਨੇ ਚੁਣਿਆ ਹੈ, ਪ੍ਰਭੂ ਨੇ ਨਿਯੁਕਤ ਕੀਤਾ ਹੈ ਪ੍ਰਭੂ ਦੀ ਸੇਵਾ ਦੇ ਲਈ, ਕਿ ਅਸੀਂ ਉਸ ਨੂੰ ਮੰਨਦੇ ਹਾਂ ਜਾਂ ਨਹੀਂ। ਕਈ ਵਾਰ ਫਾਦਰਾਂ ਦੇ ਬਦਲੀ ਹੋਣ ਦੇ ਵਕਤ ਅਸੀਂ ਕਹਿੰਦੇ ਹਾਂ ਸਾਨੂੰ ਇਹ ਫਾਦਰ ਦੀ ਫਾਦਰ ਦੀ ਬਦਲੀ ਨਹੀਂ ਹੋਣਾ ਚਾਹੀਦਾ ਹੈ, ਜਾਂ ਹੋਰ ਕੋਈ ਕਹਿੰਦੇ ਹਾਂ ਇਹ ਫਾਦਰ ਜੀ ਸਾਨੂੰ ਨਹੀਂ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਇਹ ਮੰਨਦਾ ਨਹੀਂ ਹੈ ਕਿ ਇਸ ਪੁਰੋਹਿਤ ਨੂੰ ਪ੍ਰਭੂ ਨੇ ਨਿਯੁਕਤ ਕੀਤਾ ਹੈ। ਇਹ ਪ੍ਰਭੂ ਦੀ ਕੰਮ ਕਰਨ ਦੇ ਲਈ, ਆਪਣਾ ਮਰਜ਼ੀ ਨਹੀਂ ਹੈ, ਖੁਦਾ ਬਾਪ ਦੀ ਮਰਜ਼ੀ ਕਰਨ ਦੇ ਲਈ ਸਾਡੇ ਇਲਾਕੇ ਵਿੱਚ ਆਉਂਦੇ ਹਨ। ਅਸੀਂ ਸਾਰੇ ਮਿਸ਼ਨਰੀਆਂ ਦੇ ਲਈ ਪ੍ਰਾਰਥਨਾ ਕਰੀਏ, ਜਿਨ੍ਹਾਂ ਨੂੰ ਇਹ ਕੰਮ ਦੇ ਲਈ, ਅੰਜੀਲੀਕਰਨ ਦੇ, ਖੁਦਾ ਦਾ ਸੁਸਮਾਚਾਰ, ਖੁਦਾ ਦਾ ਅੰਜੀਲ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਉਣ ਦੇ ਲਈ ਨਿਯੁਕਤ ਕੀਤਾ। ਉਹਨਾਂ ਦੇ ਲਈ ਪ੍ਰਾਰਥਨਾ ਕਰੀਏ ਕਿ ਉਹ ਸੱਚਮੁੱਚ ਖੁਦਾ ਦੀ ਮਰਜ਼ੀ ਪੂਰਾ ਕਰੇ, ਅਤੇ ਅਸੀਂ ਵੀ ਆਪਣੇ ਆਪ ਦੇ ਲਈ ਪ੍ਰਾਰਥਨਾ ਕਰੀਏ ਤਾਂ ਕਿ ਅਸੀਂ ਵੀ ਪ੍ਰਭੂ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤਾ ਹੈ, ਪ੍ਰਭੂ ਨੂੰ ਮੰਨਦੇ ਹਾਂ। ਬਪਤਿਸਮਾ ਦੇ ਸਾਕਰਮੈਂਟ ਦੇ ਰਾਹੀਂ, ਇਸਤਗਲਾਲ ਦੇ ਸਾਕਰਮੈਂਟ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਹੈ, ਆਪਣੀ ਇਮਾਨ ਵਿੱਚ ਪੱਕਾ ਹੋ ਗਿਆ ਹੈ। ਅਸੀਂ ਵੀ
ਪਵਿੱਤਰਤਾ ਵਿੱਚ ਇੱਕ ਪਵਿੱਤਰ ਜ਼ਿੰਦਗੀ ਬਿਤਾਈਏ, ਪਵਿੱਤਰਤਾ ਵਿੱਚ ਆਪਣੀ ਜ਼ਿੰਦਗੀ ਬਿਤਾਉਣ ਦੇ ਵੇਲੇ ਦੂਸਰੇ ਲੋਕਾਂ ਦੇ ਸਾਹਮਣੇ ਨਮੂਨਾ ਪੇਸ਼ ਕਰੀਏ। ਆਓ ਅਸੀਂ ਅੱਜ ਦੀ ਇਸ ਪਾਕ ਮਾਸ ਦੀ ਗੁਰਬਾਨੀ ਸੰਤ ਮੱਤਿਆਸ ਦੇ ਤਿਉਹਾਰ ਮਨਾਉਣ ਦੇ ਵੇਲੇ, ਈਦ ਮਨਾਉਣ ਦੇ ਵੇਲੇ ਦਿਲੋਂ ਪ੍ਰਾਰਥਨਾ ਕਰੀਏ ਕਿ ਸੱਚਮੁੱਚ ਪ੍ਰਭੂ ਸਾਨੂੰ ਵੀ ਬਰਕਤ ਦੇ। प्यारे प्रावत बहनों, प्रार्थना करो कि मेरी अति दुखाड़ी कुर्बानी पूरी कुदरत वाले खुदा बाप ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਇਹਨਾਂ ਨਸਰਾਨੀਆਂ ਨੂੰ ਪ੍ਰਵਾਨ ਕਰ ਜੋ ਤੇਰੀ ਕਲੀਸਿਆ ਸੰਤ ਮਤਿਆਸ ਦੀ ਈਦ ਵਾਲੇ ਦਿਨ ਭਗਤੀ ਭਰੇ ਦਿਲ ਨਾਲ ਤੈਨੂੰ ਚੜਾਉਂਦੀ ਹੈ। तेरे रहम भरे प्यार की शक्ति नाल हमेशा सानू संभाल के रख। साडे प्रभु मसीह दे राहे आमीन। प्रभु तुहाडे नाल होवे ਅਤੇ ਤੁਹਾਡੀ रूह नाल भी होवे। तुसी अपने दिल प्रभु वल लगाओ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। हे प्रभु पवित्र बाप पूरी कुदरत वाले ਅਤੇ ਅਕਾਲ खुदा, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਇਸ ਮਸੀਹ ਆਪਣੇ ਪ੍ਰਭੂ ਦੇ ਰਾਹ ਹੀ ਦਾ ਧੰਨਵਾਦ ਕਰੀਏ। ਇਹ ਖਾਲ ਆਇਆਲੀ ਤੂੰ ਆਪਣੀ ਇੱਜ਼ਤ ਨੂੰ ਕਦੀ ਛੱਡ ਨਹੀਂ ਜਾਂਦਾ, ਸਗੋਂ ਆਪਣੇ ਪਵਿੱਤਰ ਰਸੂਲਾਂ ਰਾਹੀਂ ਸਦਾ ਉਸ ਦੀ ਨਿਗਰਾਨੀ ਅਤੇ ਰਾਖੀ ਕਰਦਾ ਹੈ। ਜਿਨ੍ਹਾਂ ਪੁਰੋਹਿਤਾਂ ਨੂੰ ਆਪਣੇ ਬੇਟੇ ਦੇ ਉੱਤਰਾਧਿਕਾਰੀ ਅਤੇ ਆਪਣੇ ਲੋਕਾਂ ਦੇ ਚਰਵਾਹੇ ਬਣਾ ਕੇ ਤੂੰ ਆਪ ਨਿਯੁਕਤ ਕੀਤਾ ਹੈ, ਉਹਨਾਂ ਦੇ ਰਾਹ ਹੀ ਤੂੰ ਆਪਣੀ ਕਲੀਸਿਆ ਦੀ ਅਗਵਾਈ ਕਰਦਾ ਰਹਿੰਦਾ ਹੈ। ਇਸ ਲਈ ਫਰਿਸ਼ਤਿਆਂ ਦੇ ਮਹਾਫਰਿਸ਼ਤਿਆਂ ਅਤੇ ਸਾਰੇ ਸੁਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। सदा
हे प्रभु तू सचमुच पवित्र है अते ये सही है कि तेरी सारी सृष्टि तेरी वडियाई करे। तेरे बेटे साडे प्रभु यीशु मसीह दे राही अते रूपाक दी कुदरत नाल तू सारे संसार ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ तेरे पवित्र नाम दे लई चढ़ाई जावे। इसलिए प्रभु असी हलीमी नाल तेरे की मिन्नत करदे हां कि अपनी मेहर नाल ओही रूह पाक तेरा ही इन्हां नसरानियां पवित्र कर जो असी तेरी पाक हजूरी विच लेके आए हां तां जो ये तेरे बेटे साडे प्रभु यीशु मसीह दा बदन अते लहू बन जावे जिस दे हुक्म नाल असी इन्हां पैदा नूं मनाउंदे हां। जिस रात उसका विश्वासघात किया गया उसने रोटी ली और तेरा धन्यवाद कर दिया, बरकत दी, रोटी थोड़ी और अपने चेलियां नूं देती, ये कहते हुए तुसी सारे ये लो और इस विचों खाओ क्यों जो ये मेरा बदन है जड़ा तुहाडे लई कुर्बान किया जावे। इसी तरह भोजन करने के बाद उसने प्याला लिया, तेरा धन्यवाद कर दिया, बरकत दी, प्याला अपने चेलियां नूं दिता, ये कहते हुए तुसी सारे ये लवो और इस विचों पीओ क्यों जो ये मेरे लहू दा प्याला है नवे दे सदीब इनेम दा लहू जो तुहाडे ते बहुतियां वास्ते गुनाहां दी माफी लई वहाया जावेगा। मेरी याद विच ये करिया करो। ईमान दा भेद। ऐ प्रभु ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। इसलिए हे प्रभु ਅਸੀਂ तेरे बेटे ਦੇ ਮੁਕਤੀਕਾਰੀ ਦੁੱਖ ਭੋਗ ਉਸ ਦੇ ਜਲਾਲੀ ਜੀ ਉਠਣ ਤੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੀਆਂ ਇਹ ਜੀਵਨ ਦੀ ਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ कि तू अपनी कलीसिया ते चढ़ावे उते नजर कर अते इस कुर्बान होए लेले ने पछाण जिसकी कुर्बानी तो राजी होके तो साडा अपने नाल मेल कराया है। बख्श दे कि असी तेरे बेटे दे बदन ते लहू नाल रजाए होए अते उस दे रूह पाक नाल भरपूर होके मसीह दे विच एक शरीर ते एक रूह बन जाइए। ओ सानू तेरे लिए एक सदीवी नजराना बनावे तां जो असी तेरे चुनिया होया नाल खास करके तेन कुवारी मरियम खुदा दी मां दे नाल उसे कुवार दे मुबारक वरसंदी यूसुफ दे नाल तेरे दन रसूलां नाल तेजस्वी शहीदां नाल रसूल संत मतियास अते तेरे सारे संतां नाल उन्हां दे विरसे दे वारिस बन जाइए। इन्हां वालों तेरी हजूरी विच लगातार कीती जाण वाली सिफारिश दी यकीनी मदद उते असीं भरोसा रखदे हां। ये प्रभु असीं बेनती करदे हां कि साडे मुड़ विलाम दी कुर्बानी सब दुनिया की शांति और मुक्ति लिए असरदायक होवे। तो कृपा करके इस धरती उत्ते फैली अपनी यात्री कलीसिया नूं अपने सेवक साडे संत बाबा फ्रांसिस नूं साडे बिशप फ्रैंको नूं साडे रसूली संचालक बिशप एग्नेलो नूं कुल दुनिया के बिशपां पुरोहितां अते सब लोगां नूं जिन्हां नूं तू अपना बना लिया है ईमान अते प्यार विच मजबूत बनाउण दी मेहरबानी कर। कृपा करके इस परिवार दी प्रार्थनावान कबूल कर जिसने तू अपने सामने सदन दी मेहर की है। ये दयालु बाप संसार विच खिलरे हुए अपने सारे बच्चों नूं अपने कोल इकट्ठे करन दी कृपा कर। साडे मोए हुए भैण भरावां अते उन्हां सारियां नूं जिहड़े तैनूं खुश कर दिया इस संसार विचों चलाना कर गए हैं मेहर नाल अपने राज विच दाखिल कर उते असीं तेरी वड्डी शान दी
खुशी विच सदा निहाल रहण दी उम्मीद रखते हैं। साडे प्रभु मसीह दे राही जिस राही तो दुनिया नूं हर चंगी दात बख्शदा है। उसने राही अदे उसते नाल अदे उसते विच एक खुदा पूरी कुदरत वाले बाम रुबात दी एकता विच सब जलाल ते वडियाई तेरी है सदा तो सदा तीक। आमीन। आओ ਅਸੀਂ ਸਾਰੇ ਖੜੇ ਹੋ ਕੇ ਖੁਦਾ ਦੇ ਚਰਨਾਂ ਵਿੱਚ ਆਪਣੇ ਖਾਸ ਜ਼ਰੂਰਤਾਂ ਨੂੰ ਸਮਰਪਿਤ ਕਰਦੇ ਹੋਏ ਖਾਸ ਤੌਰ ਤੇ ਉਹਨਾਂ ਸਾਰੇ ਭੈਣਾਂ ਭਰਾਵਾਂ ਨੂੰ याद करिए जो इस समय बीमार है, खासतौर से कोरोना महामारी दे करके उन्हें सारियां ने खुदा दे चरणां विच समर्पित करते हुए प्रार्थना करिए जिस तरह साडे प्रभु यीशु मसीह ने सानू सिखाया है। ये प्रभु असी प्रार्थना करते हाँ
सब बुराइयां तो सन बचा, अपने रहम नाल साडे दिनां विच शांति दे, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਇਹ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜੀਵਨ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪਸ ਵਿੱਚ ਸ਼ਾਂਤੀ ਦਾ ਸਲਾਮ ਦਈਏ। देखो खुदा दे लेला इन वेखो जेड़ा संसार दे गुनाह चुक लेंदा तन हन ओ जेड़े लेले दे पूज लई सदे गए हन। ऐ प्रभु मैं इस योग नहीं हाँ कि तू मेरी छत थले आवे, पर एक ही शब्द आख अते मेरी रूह चंगी हो जावेगी। मसीह दा बदन दिल हो सदैव जीवन लई मैनू संभाली रखी। दुआ पाक शाकत लैण तो पहला, ऐ मुबारक मरियम तेरा प्यारा बेटा रोटी दे रूप विच साडे दिलां विच आउण वाला है, साडे लिए दुआ कर ताकि असीं भी तेरे वांगू उस नूं मन्नीए अते प्यार करिए। ऐ संत यूसुफ जिस तरह तू मसीह नूं पालिया उसे तरह सानू भी उस दी सेवा करनी सिखा। आमीन। जिंदगी दी रोटी मेरा शाफी सूली वाला है, देके बलिदान जिन्हें पापा तो बचाया है, पापा तो बचाया है। जिंदगी दी रोटी मेरा शाफी सूली वाला है, देके बलिदान जिन्हें पापा तो बचाया है, पापा तो बचाया है।
जो विखाया उने जग तो इलाही, खून जो बहाया उने देंदा ए गवाही। प्यार जो विखाया उने जग तो इलाही, खून जो बहाया उने देंदा ए गवाही। जाने जीने वाली मेरा सच्चा रखवाला है, देके बलिदान जिन्हें पापा तो बचाया है, पापा तो बचाया है। जिंदगी दी रोटी मेरा शाफी सूली वाला है, देके बलिदान जिन्हें पापा तो बचाया है, पापा तो बचाया है। दुआ पाक शागत लैण तो पिछों सिजदे दा अमल ए इलाही येसू ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ। ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯੇਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ। ਮੈਂ ਕੱਖ ਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। मैं तेरिया रहमतां दे गीत सदा गावांगी। मैं अपना बदन ते रूह, ख्यालां ते दलीलां, गल्लां ते कम्मां, खुशियां ते दुखां नाले जिंदगी अते मौत नूं तेरी नज़र करदी हां। मेरे बदन नूं ले इहदे विच वस अते इहनूं सब गुनाही शहवत तों साफ रख। मेरी मर्जी नूं ले अते इहनूं अपनी मर्जी ते चला। मेरी याद नूं ले अते इहदे विच रिहा कर ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਇਹਨੂੰ ਵਧਾ ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਤੂੰ ਆਪਣੇ ਪਰਿਵਾਰ ਨੂੰ ਸਦੀਵ ਜੀਵਨ ਦੀ ਇਸ ਰੋਟੀ ਤੋਂ ਕਦੀ ਵੀ ਵਾਂਝੇ ਨਾ ਰਹਿਣ ਦੇ। ਸੰਤ ਮਤਿਆਸ ਦੀ ਸਿਫਾਰਿਸ਼ ਰਾਹੀਂ ਤੂੰ ਸਾਨੂੰ ਆਪਣੇ ਸੰਤਾਂ ਦੀ ਸੰਗਤ ਵਿੱਚ ਸ਼ਾਮਿਲ ਕਰ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ, ਬੇਟਾ ਅਤੇ ਰੂਹ ਬਾਗ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਭਗਮਾਸ ਦੀ ਕੁਰਬਾਨੀ ਚੜਾਈ ਗਈ ਹੈ। ਸ਼ਾਂਤੀ ਨਾਲ ਜਾਈਏ। खुदा दा शुक्र होवे। दुआ याद कर। याद कर ऐ निहायत मेहरबान कुआरी मरियम, भई कदी ये नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तैथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नासी आउंदी हां अते तेरे अगे खलो के मैं गुनाही रोंदी हां। ऐ धारी हुई कलाम दी मां, तू मेरी अर्ज़ां नूं यकीन ना जान, सगों मेहरबानी नाल सुन अते कबूल कर। आमीन। मां मरियम शांति दी रानी साडे लई दुआ कर।
नचदी है डाली डाली। ऐसी मिठड़ी हवा चली आज नचदी है डाली डाली। नचदी है डाली डाली। हालेलुया दा मारो नारा गम मुक गया जे अज सारा ते उका मुका सारा। ते गिद्दा पाओ रल मिल के गिद्दा पाओ ते गिद्दा पाओ रल मिल के गिद्दा पाओ ते गिद्दा पाओ रल मिल के जिंदा हो